Good morning students. Now we will start our next chapter, chapter number 8 ਜਿਹਦਾ ਨਾਮ ਹੈਗਾ components of aggregate demand and aggregate supply। ਜਿਹਨੂੰ ਪੰਜਾਬੀ ਵਿੱਚ ਕੁੱਲ ਮੰਗ ਤੇ ਕੁੱਲ ਪੂਰਤੀ ਦੇ ਹਿੱਸੇ ਬੋਲਿਆ ਜਾਂਦਾ। ਠੀਕ ਹੈ, ਇਸ ਤੋਂ ਪਹਿਲਾਂ ਆਪਾਂ 7th ਚੈਪਟਰ ਕੰਪਲੀਟ ਕਰ ਚੁੱਕੇ ਹਾਂ। ਉਹਦੇ ਵਿੱਚ ਆਪਾਂ ਐਗਰੀਗੇਟ ਡਿਮਾਂਡ ਤੇ ਐਗਰੀਗੇਟ ਸਪਲਾਈ ਦੇ ਮੀਨਿੰਗਸ ਨੂੰ ਦੇਖਿਆ, ਬਾਅਦ ਵਿੱਚ ਇਹਦੇ ਕਨਸੈਪਟ ਕੀਤੇ। ਜੋ 8th ਚੈਪਟਰ ਆ ਉਹ ਹੈਗਾ ਕੰਪੋਨੈਂਟਸ ਬਾਰੇ। ਠੀਕ ਹੈ, ਮਤਲਬ ਇਹਦੇ ਕਿਹੜੇ ਕਿਹੜੇ ਪਾਰਟਸ ਨੇ, ਐਗਰੀਗੇਟ ਡਿਮਾਂਡ ਤੇ ਐਗਰੀਗੇਟ ਸਪਲਾਈ ਦੇ ਕਿਹੜੇ ਕਿਹੜੇ ਹਿੱਸੇ ਨੇ। ਠੀਕ ਹੈ, ਜਿਨ੍ਹਾਂ ਨੂੰ ਮਿਲਾ ਕੇ ਕੀ ਆਪਣੀ ਇਕਨੋਮੀ ਦੇ ਵਿੱਚ ਐਗਰੀਗੇਟ ਸਪਲਾਈ ਜਾਂ ਫਿਰ ਐਗਰੀਗੇਟ ਡਿਮਾਂਡ ਕੀਤੀ ਜਾਂਦੀ ਹੈ। ਕਲੀਅਰ। ਅੱਜ ਉਹਦਾ ਆਪਾਂ ਫਸਟ ਕੀ ਆ ਟੌਪਿਕ ਕਰਨਾ ਵਾ ਕੰਪੋਨੈਂਟਸ ਆਫ ਐਗਰੀਗੇਟ ਡਿਮਾਂਡ। ਸਭ ਤੋਂ ਪਹਿਲਾਂ ਆਪਾਂ ਕੰਪੋਨੈਂਟਸ ਪੜਾਂਗੇ ਐਗਰੀਗੇਟਡ ਡਿਮਾਂਡ ਦੇ। ਠੀਕ ਹੈ, 4 ਕੰਪੋਨੈਂਟਸ ਐਗਰੀਗੇਟ ਡਿਮਾਂਡ ਦੇ। ਫਸਟ ਹੈਗਾ ਕੰਜ਼ੰਪਸ਼ਨ ਐਕਸਪੈਂਡੀਚਰ, ਅੱਗੇ ਇਨਵੈਸਟਮੈਂਟ ਐਕਸਪੈਂਡੀਚਰ, ਗਵਰਨਮੈਂਟ ਪਰਚੇਜ਼ ਔਰ expenditure and last one is net export। ਕਲੀਅਰ। ਹੁਣ ਆਪਾਂ ਇੱਕ ਇੱਕ ਕਰਕੇ ਇਹਦਾ ਡੀਪਲੀ ਮੀਨਿੰਗ ਦੇਖਾਂਗੇ ਕਿ ਕੰਜ਼ੰਪਸ਼ਨ ਐਕਸਪੈਂਡੀਚਰ ਕਰਨ ਦੇ ਲਈ ਕਿਵੇਂ ਕੀ ਹੈ ਐਗਰੀਗੇਟ ਡਿਮਾਂਡ ਕੀਤੀ ਜਾਂਦੀ ਆ। ਸੋ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਕਿ ਕੰਜ਼ੰਪਸ਼ਨ ਐਕਸਪੈਂਡੀਚਰ ਜਿਹਨੂੰ ਉਪਭੋਗ ਖਰਚ ਬੋਲਿਆ ਜਾਂਦਾ। ਹੁਣ ਆਪਾਂ ਨੂੰ ਪਤਾ ਵੀ ਹਾਊਸ ਹੋਲਡ ਸੈਕਟਰ ਕੀ ਆ, ਉਪਭੋਗ ਕਰਦਾ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਕੀ ਹੈ ਕੰਜ਼ਿਊਮ ਕਰਨ ਦੇ ਲਈ ਚਾਹੀਦੀਆਂ ਹੁੰਦੀਆਂ। ਸੋ ਕਹਿੰਦੇ ਜਿਹੜਾ ਕੰਜ਼ੰਪਸ਼ਨ ਐਕਸਪੈਂਡੀਚਰ ਆ, ਠੀਕ ਹੈ, ਉਪਭੋਗ ਖਰਚ ਆ, ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੰਪੋਨੈਂਟ ਹੈਗਾ ਐਗਰੀਗੇਟ ਡਿਮਾਂਡ ਦਾ। ਠੀਕ ਹੈ, ਆਪਣੀ ਇਕਨੋਮੀ ਦੇ ਵਿੱਚ ਐਗਰੀਗੇਟ ਡਿਮਾਂਡ ਕਿਉਂ ਕੀਤੀ ਜਾਂਦੀ ਹੈ? ਕਿਉਂਕਿ ਲੋਕਾਂ ਨੇ ਕੀ ਆ ਉਪਭੋਗ ਉੱਤੇ ਖਰਚ ਕਰਨਾ ਹੁੰਦਾ। ਠੀਕ ਹੈ, ਆਪਾਂ ਨੂੰ ਪਤਾ ਕਹਿੰਦੇ ਜਿਹੜਾ ਉਪਭੋਗ ਆ ਉਹ ਡਿਸਪੋਜ਼ੇਬਲ ਇਨਕਮ ਦੇ ਉੱਪਰ ਕੀ ਹੈ ਨਿਰਭਰ ਕਰਦਾ। ਡਿਸਪੋਜ਼ੇਬਲ ਇਨਕਮ ਉਹ ਹੁੰਦੀ ਆ ਜਿਹੜੀ ਕੀ ਆ ਸਾਰੇ ਟੈਕਸ ਪੇ ਕਰਨ ਤੋਂ ਬਾਅਦ ਕਿਸੇ ਵੀ ਵਿਅਕਤੀ ਕੋਲ ਬਚਦੀ ਹੈ। ਠੀਕ ਹੈ, ਜਾਂ ਤਾਂ ਉਹਨੇ ਕੀ ਆ ਸਪੈਂਡ ਕਰਨੀ ਹੁੰਦੀ ਹੈ ਜਾਂ ਫਿਰ ਉਹਨੇ ਸੇਵ ਕਰਨੀ ਹੁੰਦੀ ਹੈ। ਮਤਲਬ ਇਨਕਮ ਦੇ ਵਿੱਚੋਂ ਜਦੋਂ ਇੱਕ ਵੀ ਕਿਸੇ ਵੀ ਪਰਸਨ ਦੀ ਇਨਕਮ ਦੇ ਵਿੱਚੋਂ ਜਦੋਂ ਆਪਾਂ ਟੈਕਸ ਜਿਹੜੇ ਉਹ ਪੇ ਕਰਦਾ, ਗਵਰਨਮੈਂਟ ਨੂੰ ਪੇ ਕਰਦਾ। ਠੀਕ ਹੈ, ਜਾਂ ਫਿਰ ਇਨਕਮ ਟੈਕਸ ਆਪਾਂ ਕਹਿ ਸਕਦੇ ਹਾਂ ਜਾਂ ਪ੍ਰੋਪਰਟੀ ਟੈਕਸ, ਕਿਸੇ ਵੀ ਤਰ੍ਹਾਂ ਦਾ ਟੈਕਸ ਆ, ਉਹ ਘਟਾ ਕੇ ਜੋ ਇਨਕਮ ਬਚਦੀ ਆ ਉਹਨੂੰ ਕੀ ਬੋਲਿਆ ਜਾਂਦਾ? ਡਿਸਪੋਜ਼ੇਬਲ ਇਨਕਮ ਬੋਲਿਆ ਜਾਂਦਾ। ਕਲੀਅਰ। ਕਹਿੰਦੇ ਕੰਜ਼ੰਪਸ਼ਨ ਐਕਸਪੈਂਡੀਚਰ ਦੇ ਲਈ, ਉਪਭੋਗ ਖਰਚ ਦੇ ਲਈ ਕੀ ਆ ਐਗਰੀਗੇਟ ਡਿਮਾਂਡ ਆਪਣੀ ਇਕਨੋਮੀ ਦੇ ਵਿੱਚ ਕੀਤੀ ਜਾਂਦੀ ਹੈ। ਕਲੀਅਰ। ਕਹਿੰਦੇ ਹੁਣ ਕਿ ਰਿਲੇਸ਼ਨਸ਼ਿਪ ਬਿਟਵੀਨ ਦਾ ਕੰਜ਼ੰਪਸ਼ਨ ਐਂਡ ਡਿਸਪੋਜ਼ੇਬਲ ਇਨਕਮ ਇਜ਼ ਕਾਲਡ ਦਾ ਕੰਜ਼ੰਪਸ਼ਨ ਫੰਕਸ਼ਨ, ਜੋ ਆਪਾਂ ਅੱਗੇ ਜਾ ਕੇ ਪੜਾਂਗੇ। ਠੀਕ ਹੈ, ਕਹਿੰਦੇ ਜਿਹੜਾ ਕਿਹਦੇ ਵਿਚਕਾਰ ਸੰਬੰਧ ਆ ਆਪਣੇ ਉਪਭੋਗ ਖਰਚ, ਠੀਕ ਹੈ, ਉਪਭੋਗ ਜਿਹਨੂੰ ਕੰਜ਼ੰਪਸ਼ਨ ਬੋਲਦੇ ਆ ਤੇ ਡਿਸਪੋਜ਼ੇਬਲ ਇਨਕਮ ਆ, ਉਹਨਾਂ ਦੋਨਾਂ ਦੇ ਰਿਲੇਸ਼ਨਸ਼ਿਪ ਨੂੰ ਕੀ ਬੋਲਿਆ ਜਾਂਦਾ? ਕੰਜ਼ੰਪਸ਼ਨ ਫੰਕਸ਼ਨ ਬੋਲਿਆ ਜਾਂਦਾ। ਸੋ ਇਹਨੂੰ ਕੀ ਆ ਸੀ ਦੇ ਨਾਲ ਡਿਨੋਟ ਕੀਤਾ ਜਾਂਦਾ। ਕਲੀਅਰ। ਇਸ ਤੋਂ ਅੱਗੇ ਪੁਆਇੰਟ ਹੈਗਾ ਦਾ ਇਨਵੈਸਟਮੈਂਟ ਐਕਸਪੈਂਡੀਚਰ, ਜਿਹਨੂੰ ਨਿਵੇਸ਼ ਖਰਚ ਬੋਲਿਆ ਜਾਂਦਾ। ਹੁਣ ਜਦੋਂ ਕੀ ਆ ਪ੍ਰੋਡਿਊਸਰ ਦੁਆਰਾ ਨਿਵੇਸ਼ ਕੀਤਾ ਜਾਂਦਾ, ਠੀਕ ਹੈ, ਚਾਹੇ ਉਹ ਕੀ ਆ ਨਿਊ ਕੰਸਟਰਕਸ਼ਨ ਕਰਦਾ ਹੋਵੇ, ਚਾਹੇ ਉਹ ਆਪਣੇ ਜਿਹੜਾ ਇਨਵੈਂਟਰੀਜ਼ ਆ, ਜਿਹੜਾ ਸਟਾਕ ਜਿਹਨੂੰ ਬੋਲਦੇ ਆ ਜਾਂ ਰॉ ਮਟੀਰੀਅਲ ਬੋਲਦੇ ਆ, ਉਹਦੇ ਵਿੱਚ ਵਾਧਾ ਕਰਦਾ, ਜਾਂ ਡਿਊਰੇਬਲ ਇਕਵਿਪਮੈਂਟ ਕਿਹੜੇ ਹੁੰਦੇ ਆ? ਜਿਹੜੇ ਕਿ ਡਿਊਰੇਬਲ ਉਹ ਚੀਜ਼ ਹੁੰਦੀ ਹੈ ਜਿਹੜੀ ਕਿ ਜ਼ਿਆਦਾ ਲੰਮੇ ਸਮੇਂ ਤੱਕ ਚੱਲਦੀ ਹੈ। ਠੀਕ ਹੈ, ਜਿਨ੍ਹਾਂ ਦਾ ਲਾਈਫ ਟਾਈਮ ਜਾਂ ਲਾਈਫ ਸਪੈਨ ਆਪਾਂ ਬੋਲ ਸਕਦੇ ਹਾਂ ਕਿ ਲੌਂਗ ਪੀਰੀਅਡ ਦਾ ਹੁੰਦਾ। ਠੀਕ ਹੈ, ਕਹਿੰਦੇ ਉਹਨਾਂ ਤੇ ਪ੍ਰੋਡਿਊਸਰ ਕੀ ਆ ਖਰਚ ਕਰਦੇ ਆ, ਉਹਨੂੰ ਪਰਚੇਜ਼ ਕਰਦੇ ਆ। ਸੋ ਕਹਿੰਦੇ ਇਹ ਜਿਹਾ ਐਕਸਪੈਂਡੀਚਰ, ਠੀਕ ਹੈ, ਇਹਦਾ ਕੀ ਆ ਅਗਲਾ ਕੰਪੋਨੈਂਟ ਆਪਾਂ ਕਹਿ ਸਕਦੇ ਹਾਂ ਕਿ ਐਗਰੀਗੇਟ ਜਿਹੜੀ ਡਿਮਾਂਡ ਆ ਉਹਦਾ ਅਗਲਾ ਕੰਪੋਨੈਂਟ ਹੈਗਾ, ਅਗਲਾ ਹਿੱਸਾ ਹੈਗਾ ਇਨਵੈਸਟਮੈਂਟ ਐਕਸਪੈਂਡੀਚਰ। ਠੀਕ ਹੈ, ਜੋ ਕੀ ਆ ਕੋਈ ਵੀ ਪ੍ਰੋਡਿਊਸਰ ਇਨਵੈਸਟਮੈਂਟ ਕਰਨ ਦੇ ਲਈ ਜੋ ਖਰਚ ਕਰਦਾ ਉਹਨੂੰ ਵੀ ਇਹਦੇ ਵਿੱਚ ਲਿਆ ਜਾਂਦਾ। ਕਲੀਅਰ। ਇਸ ਤੋਂ ਅਗਲਾ ਥਰਡ ਜਿਹੜਾ ਕੰਪੋਨੈਂਟ ਹੈਗਾ ਉਹ ਹੈਗਾ ਗਵਰਨਮੈਂਟ ਪਰਚੇਜ਼ਸ ਔਰ ਐਕਸਪੈਂਡੀਚਰ, ਜਿਹਨੂੰ ਸਰਕਾਰੀ ਖਰੀਦ ਜਾਂ ਖਰਚ ਕਿਹਾ ਜਾਂਦਾ। ਹੁਣ ਆਪਾਂ ਪਹਿਲਾਂ ਪੜ੍ਹ ਲਿਆ ਕਿ ਕੰਜ਼ੰਪਸ਼ਨ ਕੌਣ ਕਰਦਾ? ਹਾਊਸ ਹੋਲਡ। ਠੀਕ ਹੈ, ਇਨਵੈਸਟਮੈਂਟ ਕੌਣ ਕਰਦਾ ਵਾ? ਪ੍ਰੋਡਿਊਸਰਸ ਕਰਦੇ ਆ। ਸੋ ਅਗਲਾ ਸੈਕਟਰ ਆ ਜੋ ਉਹ ਸਰਕਾਰ ਦਾ ਖੇਤਰ ਆ। ਆਪਾਂ ਨੂੰ ਪਤਾ ਵੀ ਗਵਰਨਮੈਂਟ ਨੂੰ ਵੀ ਬਹੁਤ ਸਾਰੇ ਕੀ ਆ ਖਰਚ ਕਰਨੇ ਪੈਂਦੇ ਆ। ਠੀਕ ਹੈ, ਉਹ ਕੀ ਆ ਰੋਡਸ ਬਣਾਉਂਦੀ ਹੈ, ਹਸਪੀਟਲ ਬਣਾਉਂਦੀ ਹੈ, ਸਕੂਲਸ ਬਣਾਉਂਦੀ ਹੈ। ਠੀਕ ਹੈ, ਬਹੁਤ ਸਾਰੇ ਕੀ ਆ ਇਹੋ ਜਿਹੇ ਕੰਮ ਕਰਦੀ ਹੈ ਜਿਹਦੇ ਲਈ ਉਹਨਾਂ ਨੂੰ ਗੁਡਸ ਐਂਡ ਸਰਵਿਸ ਦੀ ਕੀ ਕਰਨੀ ਪੈਂਦੀ ਹੈ? ਡਿਮਾਂਡ ਕਰਨੀ ਪੈਂਦੀ ਹੈ। ਠੀਕ ਹੈ, ਸੋ ਉਹ ਕੀ ਆ ਇੱਕ ਬਾਇਰ ਬਣ ਜਾਂਦਾ ਗੁਡਸ ਐਂਡ ਸਰਵਿਸ ਦਾ। ਠੀਕ ਹੈ, ਜੋ ਉਹਦੇ ਲਈ ਕੀ ਆ ਆਪਣਾ ਵੈਲਫੇਅਰ ਕਰਨ ਦੇ ਲਈ, ਲੋਕਾਂ ਦਾ ਕਲਿਆਣ ਕਰਨ ਦੇ ਲਈ ਜ਼ਰੂਰੀ ਹੁੰਦਾ। ਸੋ ਕੀ ਆ ਕਹਿੰਦੇ ਗਵਰਨਮੈਂਟ ਕੀ ਆ ਗੁਡਸ ਐਂਡ ਸਰਵਿਸ ਤੇ ਵੀ ਕੀ ਐਕਸਪੈਂਡੀਚਰ ਕਰਦੀ ਹੈ। ਠੀਕ ਹੈ, ਇਹਦੇ ਲਈ ਕੀ ਆ ਮੰਗ ਕਰਦੀ ਹੈ ਗੁਡਸ ਐਂਡ ਸਰਵਿਸ ਦੀ। ਸੋ ਕੀ ਆ ਇਹਨੂੰ ਵੀ ਅਗਲਾ ਪਾਰਟ ਮੰਨਿਆ ਜਾਂਦਾ ਐਗਰੀਗੇਟ ਡਿਮਾਂਡ ਦਾ ਕਿ ਐਗਰੀਗੇਟ ਡਿਮਾਂਡ ਕਿਉਂ ਕੀਤੀ ਜਾਂਦੀ ਆ? ਗਵਰਨਮੈਂਟ ਸੈਕਟਰ ਦੁਆਰਾ ਕੀਤੀ ਜਾਂਦੀ ਆ, ਕਿਉਂਕਿ ਗਵਰਨਮੈਂਟ ਸੈਕਟਰ ਨੇ ਵੀ ਬਹੁਤ ਸਾਰੇ ਕੀ ਕਰਨੇ ਹੁੰਦੇ ਆ ਆਪਣੇ ਕੰਮ ਕਰਨੇ ਹੁੰਦੇ ਆ ਜੋ ਉਹਨਾਂ ਦੇ
ਜੋ ਉਹਨਾਂ ਦੇ ਪਾਲਿਸੀਜ਼ ਦੇ ਨਾਲ ਜੁੜੇ ਹੁੰਦੇ ਆ, ਠੀਕ ਹੈ ਕਲੀਅਰ। ਜਾਂ ਫਿਰ ਉਹਨਾਂ ਨੇ ਕੀ ਆ ਇਕਨੋਮਿਕ ਡਿਵੈਲਪਮੈਂਟ ਕਰਨੀ ਹੁੰਦੀ ਹੈ, ਉਹਦੇ ਨਾਲ ਨਾਲ ਗਰੋਥ ਕਰਨੀ ਹੁੰਦੀ ਹੈ। ਸੋ ਇਸੇ ਕਰਕੇ ਹੀ ਇਹ ਇਹਦਾ ਅਗਲਾ ਕੰਪੋਨੈਂਟ ਹੈ। ਸੋ ਇਸ ਤੋਂ ਅਗਲਾ ਪੁਆਇੰਟ ਕੀ ਹੈ, ਨੈਟ ਐਕਸਪੋਰਟ ਐਕਸਪੈਂਡੀਚਰ, ਠੀਕ ਹੈ, ਸ਼ੁੱਧ ਨਿਰਯਾਤ। ਦੇਖੋ ਆਪਣਾ ਦੇਸ਼ ਕੀ ਆ ਬਾਕੀ ਦੇਸ਼ਾਂ ਦੇ ਨਾਲ ਐਕਸਪੋਰਟ ਵੀ ਕਰਦਾ ਤੇ ਇੰਪੋਰਟ ਵੀ ਕਰਦਾ, ਠੀਕ ਹੈ। ਜੋ ਐਕਸਪੋਰਟ ਹੋਇਆ ਉਹਦੇ ਵਿੱਚੋਂ ਜਦੋਂ ਆਪਾਂ ਇੰਪੋਰਟ ਹੋਇਆ ਜੋ ਚੀਜ਼ ਉਹਨੂੰ ਮਾਈਨਸ ਕਰ ਦਿੰਦੇ ਆ ਤੇ ਆਪਣੇ ਕੋਲ ਕੀ ਬਚ ਜਾਂਦਾ, ਨੈਟ ਐਕਸਪੋਰਟ ਐਕਸਪੈਂਡੀਚਰ ਬਚ ਜਾਂਦਾ। ਕਲੀਅਰ। ਕਹਿੰਦੇ ਦੇਖੋ ਹੁਣ ਆਪਾਂ ਇਹਦੇ ਵਿੱਚ ਕੀ ਲਿਖ ਸਕਦੇ ਹਾਂ ਕਿ ਜਿਹੜਾ ਐਕਸਪੋਰਟ ਆ ਉਹਨੂੰ ਐਕਸ ਨਾਲ ਡਿਨੋਟ ਕੀਤਾ ਜਾਂਦਾ, ਜਿਹੜਾ ਇੰਪੋਰਟ ਆ ਉਹਨੂੰ ਐਮ ਨਾਲ ਡਿਨੋਟ ਕੀਤਾ ਜਾਂਦਾ, ਠੀਕ ਹੈ। ਹੁਣ ਕਹਿੰਦੇ ਜਿਹੜਾ difference of expenditure on exports and imports, ਠੀਕ ਹੈ, x minus m is called the net exports expenditure। ਹੁਣ ਆਪਾਂ ਨੂੰ ਕੀ ਪਤਾ ਕਿ ਆਪਣੀ ਇਕਨੋਮੀ ਦੇ ਵਿੱਚ ਜੋ ਆਪਾਂ ਐਕਸਪੋਰਟ ਕਰਨਾ ਹੁੰਦਾ ਬਾਕੀ ਦੇਸ਼ਾਂ ਨੂੰ ਤਾਂ ਉਹਦੇ ਲਈ ਵੀ ਚੀਜ਼ਾਂ ਦੀ ਡਿਮਾਂਡ ਕਰਨੀ ਪੈਂਦੀ ਹੈ, ਠੀਕ ਹੈ। ਜੋ ਆਪਾਂ ਕੀ ਆ ਇੰਪੋਰਟ ਕਰਾਉਣੇ ਆ, ਠੀਕ ਹੈ, ਬਾਕੀ ਦੇਸ਼ਾਂ ਤੋਂ ਕੋਈ ਚੀਜ਼ ਮੰਗਵਾਉਣੇ ਆ ਤਾਂ ਵੀ ਆਪਾਂ ਨੂੰ ਕੀ ਆ ਡਿਮਾਂਡ ਕਰਨੀ ਪੈਂਦੀ ਹੈ, ਠੀਕ ਹੈ। ਸੋ ਇਹ ਕੀ ਆ ਆਪਣੇ ਫੋਰਥ ਕੰਪੋਨੈਂਟ ਬਣ ਜਾਂਦੇ ਆ, ਠੀਕ ਹੈ। ਜਦੋਂ ਆਪਾਂ ਕੀ ਆ ਜਿਹੜੇ ਆਪਾਂ ਕੁੱਲ ਚੀਜ਼ਾਂ ਭੇਜੀਆਂ ਤੇ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਆਪਾਂ ਬਾਕੀ ਦੇਸ਼ਾਂ ਤੋਂ ਮੰਗਵਾਈਆਂ ਉਹ ਮਾਈਨਸ ਕਰਕੇ ਜੋ ਬਚਦਾ ਜਿਹਨੂੰ ਕਿ ਆਪਾਂ ਨੈਟ ਐਕਸਪੋਰਟ ਬੋਲਦੇ ਹਾਂ, ਠੀਕ ਹੈ, ਉਹ ਕੀ ਆ ਇਹਦਾ ਅਗਲਾ ਕੰਪੋਨੈਂਟ ਆ ਜਾਂ ਅਗਲਾ ਪਾਰਟ ਆ ਐਗਰੀਗੇਟ ਡਿਮਾਂਡ ਦਾ। ਕਲੀਅਰ। ਇਸ ਤੋਂ ਅੱਗੇ ਦੇਖੋ ਆਪਾਂ ਕੀ ਕਹਿ ਸਕਦੇ ਹਾਂ ਕਿ ਐਗਰੀਗੇਟ ਡਿਮਾਂਡ ਦੇ ਕਿਹੜੇ ਕਿਹੜੇ ਕੰਪੋਨੈਂਟ ਆ। ਫਸਟ ਆਪਾਂ ਪੜਿਆ ਸੀ ਕਿ ਕੰਜ਼ੰਪਸ਼ਨ ਐਕਸਪੈਂਡੀਚਰ, ਸੈਕਿੰਡ ਪੜਿਆ ਸੀ ਕਿ ਇਨਵੈਸਟਮੈਂਟ ਐਕਸਪੈਂਡੀਚਰ, ਅਗਲਾ ਪੜਿਆ ਸੀ ਗਵਰਨਮੈਂਟ ਦੇ ਐਕਸਪੈਂਡੀਚਰਸ, ਪਲੱਸ ਆਪਾਂ ਪੜਿਆ ਸੀ x ਮਾਈਨਸ m ਮਤਲਬ ਨੈਟ ਐਕਸਪੋਰਟਸ ਜਿਨ੍ਹਾਂ ਨੂੰ ਆਪਾਂ ਬੋਲਦੇ ਹਾਂ। ਸੋ ਦੇਖੋ ਇਸ ਤੋਂ ਅੱਗੇ ਆਪਾਂ ਕੀ ਪੜ੍ਹ ਰਹੇ ਹਾਂ, ਆਪਾਂ ਕੇਨਜ਼ੀਅਨ ਮਾਡਲ ਪੜ੍ਹ ਰਹੇ ਹਾਂ, ਠੀਕ ਹੈ। ਇਹ ਧਿਆਨ ਵਿੱਚ ਰੱਖਣਾ ਕਿ ਕੇਨਜ਼ੀਅਨ ਮਾਡਲ ਦੇ ਵਿੱਚ ਕੀ ਕੀਤਾ ਗਿਆ ਸੀ। ਕਹਿੰਦੇ ਇਹ ਅਜ਼ਿਊਮ ਕੀਤਾ ਜਾਂਦਾ ਵਾ, ਕੇਨਜ਼ੀਅਨ ਮਾਡਲ ਦੇ ਵਿੱਚ ਇਹ ਅਜ਼ਿਊਮ ਕੀਤਾ ਜਾਂਦਾ ਵਾ ਕਿ ਆਪਣੀ ਇਕਨੋਮੀ ਕੀ ਆ ਕਲੋਜ਼ਡ ਆ, ਠੀਕ ਹੈ। ਕਲੋਜ਼ਡ ਇਕਨੋਮੀ ਦਾ ਮਤਲਬ ਕੀ ਹੁੰਦਾ ਕਿ ਉਹ ਕਿਸੇ ਵੀ ਹੋਰ ਦੇਸ਼ਾਂ ਦੇ ਨਾਲ ਕੀ ਆ ਵਪਾਰ ਨਹੀਂ ਕੀਤਾ ਜਾਂਦਾ। ਸੋ ਆਹ ਵਾਲੇ ਜਿਹੜਾ ਪਾਰਟ ਆ ਨੈਟ ਐਕਸਪੋਰਟ ਦਾ ਉਹਨੂੰ ਨਹੀਂ ਲਿਆ ਜਾਊਗਾ। ਇਸ ਤੋਂ ਬਿਨਾਂ ਕਹਿੰਦੇ ਜਿਹੜਾ ਕੇਨਜ਼ੀਅਨ ਮਾਡਲ ਆ ਉਹਦੇ ਵਿੱਚ ਜਿਹੜਾ ਗਵਰਨਮੈਂਟ ਦਾ ਰੋਲ ਆ, ਠੀਕ ਹੈ, ਜਿਹੜੀ ਗਵਰਨਮੈਂਟ ਆ ਉਹਦੇ ਰੋਲ ਨੂੰ ਵੀ ਕੀ ਕੀਤਾ ਗਿਆ, ਗਵਰਨਮੈਂਟ ਦੇ ਰੋਲ ਨੂੰ ਵੀ ਕੀ ਕੀਤਾ ਗਿਆ, ਇਗਨੋਰ ਕੀਤਾ ਗਿਆ। ਸੋ ਕੀ ਬਣਦਾ ਵਾ ਹੁਣ ਦੇਖੋ ਆਹ ਵਾਲਾ ਕੀ ਹੈ ਕੰਪੋਨੈਂਟ ਵੀ ਕੱਢ ਦਿੱਤਾ ਗਿਆ, ਆਹ ਵਾਲਾ ਕੰਪੋਨੈਂਟ ਵੀ, ਠੀਕ ਹੈ। ਹੁਣ ਆਪਾਂ ਕੀ ਕਹਿ ਸਕਦੇ ਹਾਂ ਕਿ ਐਗਰੀਗੇਟ ਡਿਮਾਂਡ ਦੇ ਮੁੱਖ ਤੌਰ ਤੇ ਕਿੰਨੇ 2 ਕੰਪੋਨੈਂਟਸ ਆ ਜੋ ਕਿ ਹੈ ਕੰਜ਼ੰਪਸ਼ਨ ਐਕਸਪੈਂਡੀਚਰ ਪਲੱਸ ਇਨਵੈਸਟਮੈਂਟ ਐਕਸਪੈਂਡੀਚਰ। ਸੋ ਇਹਨਾਂ ਨੂੰ ਇਦਾਂ ਲਿਆ ਗਿਆ ਕਿਉਂਕਿ ਕੇਨਜ਼ੀਅਨ ਮਾਡਲ ਦੇ ਵਿੱਚ ਆਪਾਂ ਇਦਾਂ ਵੀ ਲਿਖ ਸਕਦੇ ਹਾਂ ਕਿ ਇਹ 2 ਸੈਕਟਰ ਇਕਨੋਮੀ ਆ, ਠੀਕ ਹੈ, ਜਿਹਦੇ ਵਿੱਚ 2 ਸੈਕਟਰਸ ਨੂੰ ਹੀ ਲਿਆ ਗਿਆ, ਬਾਕੀ ਸਾਰਿਆਂ ਨੂੰ ਕੀ ਹੈ ਇਗਨੋਰ ਕੀਤਾ ਗਿਆ। ਕਲੀਅਰ। ਸੋ ਆਪਾਂ ਇਹ ਡਿਸਕਸ ਕਰ ਲਿਆ ਹੈ ਕਿ ਐਗਰੀਗੇਟ ਡਿਮਾਂਡ ਦੇ 2 ਕੀ ਹੈ ਕੰਪੋਨੈਂਟਸ ਹੈ, ਇੱਕ ਕੰਜ਼ੰਪਸ਼ਨ ਐਕਸਪੈਂਡੀਚਰ ਤੇ ਇੱਕ ਇਨਵੈਸਟਮੈਂਟ ਐਕਸਪੈਂਡੀਚਰ ਜਿਹਨੂੰ ਉਪਭੋਗ ਖਰਚ ਅਤੇ ਨਿਵੇਸ਼ ਖਰਚ ਬੋਲਿਆ ਜਾਂਦਾ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਕੰਜ਼ੰਪਸ਼ਨ ਤੇ ਉਪਭੋਗ ਬਾਰੇ, ਠੀਕ ਹੈ। ਕਹਿੰਦੇ ਐਜ਼ ਅ ਮੈਟਰ ਆਫ ਫੈਕਟ ਕੰਜ਼ੰਪਸ਼ਨ ਡਿਪੈਂਡਸ ਅਪਨ ਦਾ ਲੈਵਲਸ ਆਫ ਇਨਕਮ। ਕਹਿੰਦੇ ਆਪਾਂ ਨੂੰ ਜਿੱਦਾਂ ਪਤਾ ਹੀ ਹੈ ਕਿ ਜੋ ਕੰਜ਼ੰਪਸ਼ਨ ਆ ਉਹ ਕਿਹਦੇ ਤੇ ਡਿਪੈਂਡ ਕਰਦੀ ਹੈ, ਇਨਕਮ ਤੇ ਡਿਪੈਂਡ ਕਰਦੀ ਹੈ। ਮਤਲਬ ਲੈਵਲਸ ਆਫ ਇਨਕਮ ਮਤਲਬ ਜਦੋਂ ਇਨਕਮ ਵੱਧ ਹੁੰਦੀ ਹੈ ਜਾਂ ਘੱਟ ਹੁੰਦੀ ਹੈ ਤਾਂ ਉਹਨਾਂ ਤੇ ਹੀ ਡਿਪੈਂਡ ਕਰਦੀ ਹੈ ਕੰਜ਼ੰਪਸ਼ਨ ਵੱਧ ਘੱਟ ਹੋਊਗੀ, ਠੀਕ ਹੈ। ਇਹ ਕਹਿੰਦੇ ਚਾਹੇ ਇੱਕ ਇੰਡੀਵਿਜੂਅਲ ਦੀ ਗੱਲ ਕਰ ਲਓ ਚਾਹੇ ਸਾਰੀ ਦੀ ਸਾਰੀ ਇਕਨੋਮੀ ਦੀ ਗੱਲ ਕਰ ਲਓ ਤਾਂ ਸਾਰਿਆਂ ਦੀ ਕੀ ਆ ਇਨਕਮ ਦੇ ਉੱਪਰ ਹੀ ਕੰਜ਼ੰਪਸ਼ਨ ਡਿਪੈਂਡ ਕਰਦੀ ਹੈ। ਕਲੀਅਰ। ਦੇਅਰਫੋਰ ਦਾ ਫੰਕਸ਼ਨ ਰਿਲੇਸ਼ਨਸ਼ਿਪ ਬਿਟਵੀਨ ਦਾ ਇਨਕਮ ਐਂਡ ਦਾ ਕੰਜ਼ੰਪਸ਼ਨ ਇਜ਼ ਨੋਨ ਐਜ਼ ਦਾ ਕੰਜ਼ੰਪਸ਼ਨ ਫੰਕਸ਼ਨ। ਹੁਣ ਇਹ ਡੈਫੀਨੇਸ਼ਨ ਹੈਗੀ ਕੰਜ਼ੰਪਸ਼ਨ ਫੰਕਸ਼ਨ ਕੀ ਹੁੰਦਾ। ਕਹਿੰਦੇ ਕੰਜ਼ੰਪਸ਼ਨ ਫੰਕਸ਼ਨ ਕੰਜ਼ੰਪਸ਼ਨ ਮਤਲਬ ਉਪਭੋਗ ਅਤੇ ਇਨਕਮ ਮਤਲਬ ਆਮਦਨ ਦੇ ਵਿਚਕਾਰ ਫੰਕਸ਼ਨਲ ਰਿਲੇਸ਼ਨਸ਼ਿਪ ਆ, ਮਤਲਬ ਫੰਕਸ਼ਨਲ ਇੱਕ ਸਬੰਧ ਆ, ਠੀਕ ਹੈ, ਕਿਹਨਾਂ ਦੇ ਵਿਚਕਾਰ, ਇਨਕਮ ਤੇ ਕੰਜ਼ੰਪਸ਼ਨ ਦੇ ਵਿਚਕਾਰ, ਜਿਨ੍ਹਾਂ ਨੂੰ ਆਪਾਂ ਬੋਲਦੇ ਆ ਕੰਜ਼ੰਪਸ਼ਨ ਫੰਕਸ਼ਨ। ਕਲੀਅਰ। ਇਸ ਤੋਂ ਅੱਗੇ ਦੇਖੋ ਕਿ ਕੰਜ਼ੰਪਸ਼ਨ ਫੰਕਸ਼ਨ ਦੀ ਹੋਰ ਡੈਫੀਨੇਸ਼ਨ ਕੀ ਹੈ। ਕੰਜ਼ੰਪਸ਼ਨ ਫੰਕਸ਼ਨ ਆ ਜਿਹਨੂੰ ਪੰਜਾਬੀ ਵਿੱਚ ਉਪਭੋਗ ਫਲਨ ਕਿਹਾ ਜਾਂਦਾ। ਕਹਿੰਦੇ ਕੰਜ਼ੰਪਸ਼ਨ ਫੰਕਸ਼ਨ ਡੈਮੋਸਟ੍ਰੇਟਸ ਦਾ ਫੰਕਸ਼ਨਲ ਰਿਲੇਸ਼ਨਸ਼ਿਪ ਬਿਟਵੀਨ ਦਾ 2 ਐਗਰੀਗੇਟਸ ਮਤਲਬ ਕਿਹੜੇ ਆ ਜੋ ਕੁੱਲ ਤੱਤ ਜਿਨ੍ਹਾਂ ਨੂੰ ਆਪਾਂ ਬੋਲਦੇ ਆ ਉਹਨਾਂ ਦੇ ਰਾਹੀਂ ਕੀ ਇਹਨੂੰ ਡੈਮੋਸਟ੍ਰੇਟ ਕੀਤਾ ਜਾਂਦਾ, ਠੀਕ ਹੈ। ਉਹਨਾਂ ਦਾ ਫੰਕਸ਼ਨਲ ਰਿਲੇਸ਼ਨਸ਼ਿਪ ਦੱਸਿਆ ਜਾਂਦਾ। ਉਹ 2 ਵੇਰੀਏਬਲਸ ਕਿਹੜੇ ਆ, ਉਹ ਹੈਗੇ ਟੋਟਲ ਕੰਜ਼ੰਪਸ਼ਨ ਐਂਡ ਟੋਟਲ ਇਨਕਮ। ਮਤਲਬ ਆਪਾਂ ਇਹਦੇ ਵਿੱਚ ਮੈਕਰੋ ਇਕਨੋਮਿਕਸ ਪੜ੍ਹ ਰਹੇ ਹਾਂ, ਤੁਹਾਨੂੰ ਪਤਾ ਹੀ ਆ, ਇਸ ਲਈ ਆਪਾਂ ਕੀ ਆ ਹਮੇਸ਼ਾ ਕਰੋੜਸ ਦੇ ਵਿੱਚ ਕੀ ਆ ਇਨਕਮ ਲੈਂਦੇ ਆ, ਕਰੋੜਸ ਦੇ ਵਿੱਚ ਕੀ ਆ ਕੰਜ਼ੰਪਸ਼ਨ ਲੈਂਦੇ ਆ। ਸੋ ਇਹ ਕੀ ਆ ਟੋਟਲ ਕੰਜ਼ੰਪਸ਼ਨ ਜਿੰਨੀ ਵੀ ਆਪਣੀ ਇਕਨੋਮੀ ਦੇ ਵਿੱਚ ਹੋ ਰਹੀ ਆ ਤੇ ਟੋਟਲ ਇਨਕਮ ਕਿੰਨੀ
है अपनी इकोनमी दे विच कुल उपभोग ते कुल खर्चे दा की है एक फंक्शनल रिलेशनशिप आ जिन्हों कि कंजम्पशन फंक्शन बोलिया जाता है। इस तो बिना की है इनू आपां एक सिंबोलिकली भी रिप्रजेंट कर सकते हैं। इंपॉर्टेंट पॉइंट है कि कंजम्पशन किहदे ते डिपेंड करती है, कहते कंजम्पशन इज द फंक्शन ऑफ वाई। ठीक है, C stands for the consumption, Y stands for the income and F stand for the functional relationship। ठीक है, सो की है इस तो अगे की है जेड़ा C आ वो डिपेंडेंट वेरीएबल आ और जो Y है इनकम आ वो इंडिपेंडेंट वेरीएबल आ। आपां नूं भी पता कि C मतलब कंजम्पशन अपनी किहदे ते डिपेंड करती है, इनकम ते। ठीक है, ना कि अपनी जिहड़ी इनकम आ वो C ते डिपेंड करती है। सो C एक डिपेंडेंट हो गया जो कि Y ते डिपेंडेंट है ते इनकम आ जो Y आ वो इंडिपेंडेंट वेरीएबल आ। क्लीयर। सो इस तो अगे आप कंजम्पशन इनकम का स्कैड्यूल देखांगे। कंजम्पशन फंक्शन का जो आ स्कैड्यूल शेड्यूल जिन्होंने सूची बोलिया जाता है। ठीक है, ये आप एक पासे की है टोटल इनकम रवांगे। तुसीं याद रखना कि आप पहले ही पढ़ चुके हैं कि ये किहदा फंक्शनल रिलेशनशिप आ, एक तो टोटल इनकम का ते एक हैगा टोटल कंजम्पशन एक्सपेंडिचर का। क्लीयर, जिन्होंने वाई ते सी ना डिनोट किया जाता है, ये आप करोड़ दे विच लवांगे। सो इनकम का लैवल सेम आ कि 0 तो स्टार्ट होंदी है इनकम। ठीक है, फिर 100 करोड़ हो जाती है, 200 करोड़, 300, 400, 500, 600। ठीक है, 100 के फर्क के नाल यह की है अगे नूं वध रही है। इदा ही आप की है टोटल कंजम्पशन लवांगे। जो अपनी इनकम की आ 0 होंदी है तो अपनी कंजम्पशन की आ फिर भी बनी रही है। आप पहले डिस्कस कर चुके हैं क्योंकि आपू जरूरी दी चीज़ां जो आपू आपदे रहन दे लई जरूरी होंदी है, जिउण दे लई जरूरी होंदी है, वो आपू खरीदनियां ही पैंदियां। सो जिद्दां जिद्दां की है इनकम वधदी जाती है उदां उदां ही की आ कंजम्पशन भी वधदी जाती है। ठीक है, इहो जे पॉइंट के उपर की है ये बराबर हो जाती है जिथे वाई ते की है सी एक दूजे के बराबर होंदी है। इत्थे की है आप कह सकते हैं कि वाई घट आ ते सी ज़्यादा, ते इन्हां पॉइंट्स के उत्ते की है वाई ज़्यादा ते सी घट आ। इदां ही इन्हां दे बेस ते आपां की है एक डायग्राम बनावांगे। क्लीयर। सो इस तो अगे आप डायग्राम दे विच की है इधर वाई एक्सिस लवांगे, इत्थे एक्स एक्सिस लवांगे। ठीक है, एक्स एक्सिस से आपां लैना वा जो इनकम। ठीक है, जिन्हों आप बोलते हैं टोटल इनकम, जिन्हों वाई ने डिनोट करते हैं, और वाई एक्सिस से आप लेना कंजम्पशन। ठीक है, मतलब अपनी जिन्नी भी कंजम्पशन इकोनमी दे विच हो रही है। ठीक है, उन्होंने आप सी ना डिनोट करते हैं। सो आप पहला की है एक करव बनानी है वाई दी। ठीक है, जो इनकम लाइन नू शो करती है अपनी नू। ठीक है, आपां नू पता भी आप पिछले चैप्टर दे विच पढ़ चुके हैं कि जिहड़ी वाई लाइन हुंदी आ आपां वो की है एक 45 डिग्री का की है एंगल बनाती है। ठीक है, 45 डिग्री एंगल दे बना के एक आप सीधी की है लीनियर लाइन की है बना देंगे जो कि है वाई दे लैवल्स नू शो कर रही है कि वाई की है लगातार की है वध रही है। क्लीयर। इस तो अगे आप एक होर करव बनानी है ये जो कि है अपने कंजम्पशन की लाइन होगी। तो की है ये जिद्दां आप पढ़िया कि पहला की है कंजम्पशन ज़्यादा होंगी है वाई तो। ठीक है, फिर वाई के बराबर हो जाती है, फिर वाई की है ज़्यादा हो जाती है तो सी है जी घट जाती है। क्लीयर। इस तरह की है डिफरेंट लैवल दिखावांगे। हुण आपां जिहड़े पॉइंट्स आ वो सी दे पॉइंट्स लवांगे। क्लीयर। आपां की पढ़िया सी कि जो सी आ अपनी कित्थों तो स्टार्ट होंदी है कि जदों वाई 0 होंदी है तां कोई सी कंजम्पशन कितनी की जाती है 50 करोड़ रुपए की जाती है। क्लीयर। इस तरह की है ये हौली हौली 120 करोड़ हो जाती है। फिर ठीक है, फिर 100 कितनी हो जाती है, फिर जी जो 200 इनकम होंगी है। ठीक है, तो उदों कंजम्पशन भी 200 हो जाती है। सो आ वाले पॉइंट ते की है एक दूजे के बराबर होंगी है। सो आ वाले पॉइंट ते ही आपस च कट्टनी है। इस तो बाद की है वाई ज़्यादा वधदी है तो इनकम दे विच वाधा तो हो रहा लेकिन की है वाई तो घट। सो जी आ वाली करवस आ जो पॉइंट्स लैके आप बनाने वो की है सी दी करव, कंजम्पशन की करव। क्लीयर। कहते आ वाला पॉइंट की है ई पॉइंट का नाम दिता गया जिहदे उत्ते की है वाई इज इक्वल टू सी आ। ठीक है, आ वाले पॉइंट ते आपां की पढ़िया कि इहदे विच की है कंजम्पशन ज़्यादा ते वाई की है घट। आ वाले दे विच की है कंजम्पशन घट है ते वाई की है ज़्यादा। सो एक ही अपनी डायग्राम जो कंजम्पशन के फंक्शन नू दिखा रही है जो आप स्कैड्यूल किया सी ओहदे पॉइंट्स के आधार पर जो बनेगी। क्लीयर। सो इस तो अगे देखो कहते केन्स हैज़ ड्रॉन द फॉलोइंग कंक्लूजन अबाउट द relationship between the consumption expenditure and income
and he has called these jointly as a psychological law of consumption। ਇਹ ਤੁਸੀਂ ਯਾਦ ਰੱਖਣਾ ਕਿ ਇਹ ਵਾਲੇ law ਨੂੰ ਕੀ ਬੋਲਿਆ ਜਾਂਦਾ, ਇਹ ਵਾਲੇ consumption function ਨੂੰ ਕੀ ਬੋਲਿਆ ਜਾਂਦਾ, ਜੋ ਕਿ ਕੀਨਜ਼ ਨੇ ਇਹਦਾ ਨਾਮ ਦਿੱਤਾ ਕਿ ਸਾਈਕੋਲੋਜੀਕਲ law ਹੈਗਾ। ਠੀਕ ਹੈ, ਜੋ ਇੱਕ ਮਨੋਵਿਗਿਆਨਿਕ ਕੰਜ਼ੰਪਸ਼ਨ ਦਾ ਨਾਮ ਦਿੱਤਾ ਗਿਆ। ਠੀਕ ਹੈ, ਕਹਿੰਦੇ ਆਪਾਂ ਨੂੰ ਆਹ ਵਾਲੇ ਪੁਆਇੰਟਸ ਇਹਨਾਂ ਤੋਂ ਪਤਾ ਲੱਗ ਜਾਂਦਾ ਜਦੋਂ ਆਪਾਂ ਇਹਦੇ ਸਕੈਜੂਲ ਬਣਾਉਣੇ ਆ ਜਾਂ ਫਿਰ ਡਾਇਗਰਾਮ ਬਣਾਉਣੇ ਆ। ਦੇਖੋ ਕਹਿੰਦੇ ਵੈਨ ਦਾ ਟੋਟਲ ਇਨਕਮ ਇਨਕਰੀਜ਼ਸ ਟੋਟਲ ਕੰਜ਼ੰਪਸ਼ਨ ਐਕਸਪੈਂਡੀਚਰ ਆਲਸੋ ਇਨਕਰੀਜ਼ਸ। ਕਹਿੰਦੇ ਜਦੋਂ ਕੀ ਆ ਆਪਣੇ ਇੱਕ ਸਾਰੀ ਇਕੋਨਮੀ ਦੇ ਵਿੱਚ ਕੁੱਲ ਆਮਦਨ ਦੇ ਵਿੱਚ ਵਾਧਾ ਹੁੰਦਾ ਤੇ ਉਹਦੇ ਨਾਲ ਨਾਲ ਕੀ ਆ ਕੁੱਲ ਜਿਹੜਾ ਉਪਭੋਗ ਆ ਉਹਦੇ ਵਿੱਚ ਵੀ ਵਾਧਾ ਹੁੰਦਾ। ਠੀਕ ਹੈ, ਬਟ ਕਹਿੰਦੇ ਇਨਕਰੀਜ਼ ਇਨ ਦਾ ਕੰਜ਼ੰਪਸ਼ਨ ਐਕਸਪੈਂਡੀਚਰ ਇਜ਼ ਲੈਸ ਐਜ਼ ਕੰਪੇਅਰ ਟੂ ਦਾ ਇਨਕਰੀਜ਼ ਇਨ ਦਾ ਇਨਕਮ। ਕਹਿੰਦੇ ਕੀ ਆ, ਕਹਿੰਦੇ ਇਨਕਰੀਜ਼ ਤਾਂ ਹੁੰਦਾ ਕੰਜ਼ੰਪਸ਼ਨ ਦੇ ਵਿੱਚ ਪਰ ਇਨਕਮ ਦੇ ਨਾਲੋਂ ਘੱਟ ਹੁੰਦਾ। ਇਹ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਕਲੀਅਰ। ਇਸ ਤੋਂ ਅਗਲਾ ਪੁਆਇੰਟ ਆਪਾਂ ਨੂੰ ਪਤਾ ਲੱਗਦਾ ਕਿ ਇਨਕਰੀਜ਼ ਇਨ ਇਨਕਮ ਇਜ਼ ਡਿਸਟਰੀਬਿਊਟਡ ਬਿਟਵੀਨ ਦਾ ਕੰਜ਼ੰਪਸ਼ਨ ਐਂਡ ਦਾ ਸੇਵਿੰਗ। ਕਹਿੰਦੇ ਕੀ ਆ ਜੋ ਇਨਕਮ ਆ, ਠੀਕ ਹੈ, ਉਹਨੂੰ ਕਿਹਦੇ ਵਿੱਚ ਡਿਸਟਰੀਬਿਊਟ ਕੀਤਾ ਜਾਂਦਾ, ਜਾਂ ਤਾਂ ਉਹਦੀ ਕੀ ਹੈ ਕੰਜ਼ੰਪਸ਼ਨ ਕਰ ਲਈ ਜਾਂਦੀ ਆ ਜਾਂ ਫਿਰ ਉਹਦੀਆਂ ਸੇਵਿੰਗਸ ਕਰ ਲਈ ਜਾਂਦੀਆਂ। ਆਪਾਂ ਪੜ੍ਹਿਆ ਸੀ ਕਿ ਇੱਕ ਪੁਆਇੰਟ ਆਉਂਦਾ ਜਿਹਦੇ ਵਿੱਚ Y ਤੇ C ਇੱਕ ਦੂਜੇ ਤੋਂ ਬਰਾਬਰ ਹੋ ਜਾਂਦੀ ਹੈ, ਉਸ ਤੋਂ ਬਾਅਦ ਕੀ ਹੈ ਸੇਵਿੰਗਸ ਪੋਜ਼ਿਟਿਵ ਹੋਣ ਲੱਗ ਜਾਂਦੀ ਹੈ। ਮਤਲਬ ਜਿਵੇਂ ਜਿਵੇਂ Y ਵੱਧਦੀ ਆ ਉਵੇਂ ਉਵੇਂ ਕੰਜ਼ੰਪਸ਼ਨ ਨਹੀਂ ਵੱਧਦੀ, ਸਗੋਂ ਕਿ ਉਹ ਸੇਵਿੰਗਸ ਵੱਧਦੀਆਂ। ਕਲੀਅਰ। देखो एज अ रिजल्ट ऑफ इंक्रीज इन इनकम कंजम्पशन एक्सपेंडिचर एंड सेविंग्स आर नॉट रिड्यूस्ड। ਕਹਿੰਦੇ ਕੀ ਆ ਕੰਜ਼ੰਪਸ਼ਨ ਜਿਹੜਾ ਆਪਣੀ ਕਹਿ ਸਕਦੇ ਆ ਇਨਕਮ ਦੇ ਵਿੱਚ ਵਾਧਾ ਹੋਣ ਦੇ ਨਾਲ ਕਹਿੰਦੇ ਕੰਜ਼ੰਪਸ਼ਨ ਐਕਸਪੈਂਡੀਚਰ ਤੇ ਸੇਵਿੰਗ ਦੇ ਵਿੱਚ ਕੋਈ ਰਿਡਕਸ਼ਨ ਨਹੀਂ ਆਉਂਦੀ, ਬਲਕਿ ਆਪਾਂ ਕਹਿ ਸਕਦੇ ਆ ਕਿ ਉਹਦੇ ਨਾਲ ਸੇਵਿੰਗਸ ਕੀ ਆ ਵੱਧ ਜਾਂਦੀਆਂ। ਠੀਕ ਹੈ, ਉਹਦੇ ਨਾਲ ਕੀ ਆ ਸੇਵਿੰਗਸ ਇਨਕਰੀਜ਼ ਹੁੰਦੀਆਂ ਤੇ ਆਪਾਂ ਕੰਜ਼ੰਪਸ਼ਨ ਨਹੀਂ ਘਟਾਉਂਦੀ। ਕਲੀਅਰ। ਇਹ ਜਿਹੜੇ ਫੋਲੋਇੰਗ ਪੁਆਇੰਟਸ ਆ ਆਪਾਂ ਨੂੰ ਪਤਾ ਲੱਗਦੇ ਆ ਕਿ ਇਹ ਇੱਕ ਸਾਈਕੋਲੋਜੀਕਲ ਲਾਅ ਆ ਜੋ ਹਰੇਕ ਵਿਅਕਤੀ ਉੱਤੇ ਫੋਲੋ ਹੁੰਦਾ, ਸਾਰੀ ਦੀ ਸਾਰੀ ਇਕੋਨਮੀ ਫੋਲੋ ਕਰਦੀ ਹੈ। ਕਲੀਅਰ। ਸੋ ਇਹਦੇ ਨਾਲ ਹੀ ਆਪਣਾ ਇਹ ਟੌਪਿਕ ਇੱਥੇ ਫਿਨਿਸ਼ ਹੋ ਜਾਂਦਾ। ਥੈਂਕ ਯੂ ਸਟੂਡੈਂਟਸ।